समाणा ਦੇ ਪਿੰਡ ਚਾਹਪੁਰ ਦੇ ਕਿਸਾਨਾਂ ਨੇ ਤਹਿਸੀਲਦਾਰ ਤੇ ਬਲਾਕ ਪੰਚਾਇਤ ਅਫਸਰਾਂ ਨੂੰ ਬਣਾਇਆ ਬੰਦਕ। ਪਰਾਲੀ ਸਾੜਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਪਹੁੰਚੇ ਸੀ ਅਧਿਕਾਰੀ। ਕਰੀਬ 2 ਘੰਟੇ ਬਾਅਦ ਗਿਆ ਛੱਡਿਆ। ਸ਼ਹੀਦ ਭਗਤ ਸਿੰਘ ਦੇ ਜੱਦੀ ਘਰ ਦੀ ਬਿਜਲੀ ਕੱਟਣ ਦੀ ਖਬਰ ਦੇ ਵਿਚਾਲੇ ਆਮ ਆਦਮੀ ਪਾਰਟੀ ਦਾ ਵੱਡਾ ਦਾਅਵਾ। ਬਿਜਲੀ ਮੰਤਰੀ ਈਟੀਓ ਬੋਲੇ ਡਿਪਟੀ ਡਾਇਰੈਕਟਰ ਦੇ ਨਾਮ ਵਾਲਾ ਕਨੈਕਸ਼ਨ ਕੱਟਿਆ, ਪਰ 10-15 ਮਿੰਟ ਬਾਅਦ ਹੀ ਬਹਾਲ ਕਰ ਦਿੱਤੀ ਗਈ ਸੀ ਬਿਜਲੀ। ਸਟ੍ਰਾਈਕ ਕਾਰਨ ਬਿਜਲੀ ਬਿੱਲ ਭਰਨ ਦੇ ਵਿੱਚ ਹੋਈ ਸੀ ਦੇਰੀ। ਬੀਬੀ ਜਗੀਰ ਕੌਰ ਲੜਨਗੇ ਐਸਜੀਪੀਸੀ ਪ੍ਰਧਾਨ ਦੀ ਚੋਣ। ਨਿਊਜ਼ 18 ਤੇ ਬੋਲੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਗੇ ਰੱਖੀ ਮੰਗ। ਪਾਰਟੀ ਦੇ ਫੈਸਲੇ ਤੋਂ ਬਾਅਦ ਹੀ ਅਗਲੀ ਰਣਨੀਤੀ ਦਾ ਕਰਾਂਗੀ ਐਲਾਨ। ਪੀਓਯੂਵੀਸੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵੀਸੀ ਵਿਵਾਦ ਤੇ ਸਿਆਸੀ ਘਮਸਾਣ ਜਾਰੀ। ਬੀਜੇਪੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਲਾਹ, ਆਪਣੀ ਗਲਤੀ ਦਾ ਅਹਿਸਾਸ ਕਰੋ, ਵੀਸੀ ਦੇ ਲਈ ਨਵਾਂ ਪੈਨਲ ਤਿਆਰ ਕਰੋ। ਮੁੰਬਈ ਤੋਂ ਅੰਮ੍ਰਿਤਸਰ ਆਉਣ ਵਾਲੀ ਫਲਾਈਟ ਦੇ ਵਿੱਚ ਜ਼ਬਰਦਸਤ ਹੰਗਾਮਾ। 12 ਯਾਤਰੀਆਂ ਦੇ ਲਈ 2 ਘੰਟੇ ਲੇਟ ਹੋਈ ਫਲਾਈਟ। 180 ਯਾਤਰੀਆਂ ਨੂੰ ਕਰਨਾ ਪਿਆ ਇੰਤਜ਼ਾਰ। ਨਹੀਂ ਰੁਕ ਰਿਹਾ ਜੇਲ੍ਹਾਂ ਦੇ ਵਿੱਚੋਂ ਮੋਬਾਈਲ ਮਿਲਣ ਦਾ ਸਿਲਸਿਲਾ। ਬੈਰਕਾਂ ਦੀ ਤਲਾਸ਼ੀ ਦੌਰਾਨ ਫਰੀਦਕੋਟ ਜੇਲ੍ਹ ਤੋਂ ਬਰਾਮਦ ਹੋਏ 5 ਫੋਨ। 2 ਕੈਦੀਆਂ ਦੇ ਖਿਲਾਫ ਮਾਮਲਾ ਦਰਜ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਟੂਰ ਐਂਡ ਟਰੈਵਲ ਦੇ ਦਫ਼ਤਰ ਦੇ ਵਿੱਚ ਲੁੱਟ। ਪਿਸਤੌਲ ਦੀ ਨੋਕ ਦੇ ਉੱਤੇ 2 ਲੱਖ ਰੁਪਏ ਲੁੱਟ ਕੇ ਫਰਾਰ ਹੋਏ ਬਦਮਾਸ਼। ਸੀਸੀਟੀਵੀ 'ਚ ਕੈਦ ਹੋਈਆਂ ਤਸਵੀਰਾਂ। ਜਲੰਧਰ 'ਚ ਬਦਮਾਸ਼ਾਂ ਦੇ ਹੌਸਲੇ ਬੁਲੰਦ। ਸੜਕ ਤੇ ਜਾ ਰਹੀ ਲੜਕੀ ਤੋਂ ਖੋਇਆ ਮੋਬਾਈਲ। ਸੀਸੀਟੀਵੀ 'ਚ ਘਟਨਾ ਹੋਈ ਹੈ। ਅਜਨਾਲਾ ਦੇ ਵਿੱਚ ਦਰਦਨਾਕ ਸੜਕ ਹਾਦਸਾ। ਮੇਲਾ ਦੇਖਣ ਜਾ ਰਹੇ 2 ਨੌਜਵਾਨਾਂ ਸਣੇ ਲੜਕੀ ਦੀ ਮੌਤ। ਹਾਦਸੇ 'ਚ ਇੱਕ ਮਹਿਲਾ ਵੀ ਗੰਭੀਰ ਜ਼ਖਮੀ। ਸਤਿ ਸ੍ਰੀ ਅਕਾਲ, ਸਵਾਗਤ ਹੈ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਬੁਲੇਟਿਨ ਦਾ ਆਗਾਜ਼ ਕਰਾਂਗੇ। ਸਭ ਤੋਂ ਪਹਿਲਾਂ ਗੱਲ ਉਸ ਘਰ ਦੀ ਜੋ ਹੈ ਖਟਕੜ ਕਲਾਂ ਦੇ ਵਿੱਚ, ਜਿੱਥੇ ਬਿਜਲੀ ਦਾ ਕਨੈਕਸ਼ਨ ਕੱਟਿਆ ਗਿਆ ਤੇ ਉਹ ਘਰ ਹੈ ਸ਼ਹੀਦ ਆਜ਼ਮ ਭਗਤ ਸਿੰਘ ਦਾ। ਭਗਤ ਸਿੰਘ ਦੇ ਘਰ ਦੀ ਬਿਜਲੀ ਕੱਟਣ ਦਾ ਮਾਮਲਾ ਤੂਲ ਫੜਿਆ ਤੇ ਇਸ ਸਭ ਦੇ ਵਿਚਾਲੇ ਬਿਜਲੀ ਮੰਤਰੀ ਨੂੰ ਵੀ ਇਹ ਸਾਹਮਣੇ ਆ ਕੇ ਸਟੇਟਮੈਂਟ ਦੇਣੀ ਪਈ ਹੈ। ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਵੱਡਾ ਦਾਅਵਾ ਕੀਤਾ ਹੈ ਤੇ ਕਿਹਾ ਕਿ ਭਗਤ ਸਿੰਘ ਦੇ ਘਰ ਜਾਂ ਮਿਊਜ਼ੀਅਮ ਦਾ ਕਨੈਕਸ਼ਨ ਨਹੀਂ ਕੱਟਿਆ ਗਿਆ, ਡਿਪਟੀ ਡਾਇਰੈਕਟਰ ਦੇ ਨਾਮ ਵਾਲਾ ਕਨੈਕਸ਼ਨ ਕੱਟਿਆ ਗਿਆ, ਪਰ 10 ਤੋਂ 15 ਮਿੰਟ ਦੇ ਵਿੱਚ ਹੀ ਬਿਜਲੀ ਬਹਾਲ ਕਰ ਦਿੱਤੀ ਗਈ ਸੀ। ਮੁਲਾਜ਼ਮਾਂ ਦੀ ਸਟ੍ਰਾਈਕ ਦੀ ਵਜ੍ਹਾ ਦੇ ਨਾਲ ਬਿੱਲ ਭਰਨ ਦੇ ਵਿੱਚ ਦੇਰੀ ਹੋਈ ਤੇ ਉਸ ਦੀ ਵਜ੍ਹਾ ਦੇ ਨਾਲ ਇਹ ਕਨੈਕਸ਼ਨ ਕੱਟਿਆ ਗਿਆ। ਕੇਅਰ ਟੇਕਰਾਂ ਦੀ ਸੈਲਰੀ ਅੱਜ ਹੀ ਰਿਲੀਜ਼ ਕਰ ਦਿੱਤੀ ਜਾਵੇਗੀ। ਪੂਰੇ ਮਾਮਲੇ ਦੀ ਜਾਂਚ ਵੀ ਕਰਵਾਈ ਜਾਵੇਗੀ ਤੇ ਵੀ ਕਹਿ ਦਿੱਤਾ ਗਿਆ ਬਿਜਲੀ ਮੰਤਰੀ ਦੇ ਵੱਲੋਂ ਕਿ ਜ਼ਿੰਮੇਵਾਰ ਜਿਹੜੇ ਅਧਿਕਾਰੀ ਹੋਣਗੇ ਉਹਨਾਂ ਦੇ ਖਿਲਾਫ ਐਕਸ਼ਨ ਹੋਵੇਗਾ। ਤਾਂ ਖਟਕੜ ਕਲਾਂ ਉਹੀ ਧਰਤੀ ਹੈ ਜੋ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਜੁੜੀ ਹੋਈ ਹੈ ਔਰ ਖਟਕੜ ਕਲਾਂ ਦੇ ਵਿੱਚ ਹੀ ਸਹੁੰ ਚੁੱਕ ਸਮਾਗਮ ਹੋਇਆ ਮੁੱਖ ਮੰਤਰੀ ਭਗਵੰਤ ਮਾਨ ਦਾ, ਜਦੋਂ ਉਹਨਾਂ ਨੇ ਸਹੁੰ ਚੁੱਕੀ ਬਤੌਰ ਸੀਐਮ। ਤੇ ਉਸ ਘਰ ਦੀਆਂ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਜੇ ਤੁਸੀਂ ਖਟਕੜ ਕਲਾਂ ਜਾਓ ਤਾਂ ਖਟਕੜ ਕਲਾਂ ਦੇ ਵਿੱਚ ਇੱਕ ਮਿਊਜ਼ੀਅਮ ਵੱਡਾ ਬਣਿਆ ਹੋਇਆ ਜੋ ਬਿਲਕੁਲ ਸੜਕ ਦੇ ਤੁਹਾਨੂੰ ਕਿਨਾਰੇ ਮਿਲੇਗਾ, ਨੈਸ਼ਨਲ ਹਾਈਵੇ ਦੇ ਉੱਤੇ। ਤੇ ਉਸ ਤੋਂ ਬਾਅਦ ਉਸਦੇ ਪਿਛਲੇ ਵਾਲੇ ਪਾਸੇ ਜਾ ਕੇ ਇੱਕ ਜੱਦੀ ਘਰ ਹੈ। ਸ਼ਹੀਦ ਆਜ਼ਮ ਭਗਤ ਸਿੰਘ ਦਾ ਪਰਿਵਾਰ ਉੱਥੇ ਰਿਹਾ ਤੇ ਉਹਨਾਂ ਦੇ ਨਾਲ ਜੁੜੀਆਂ ਚੀਜ਼ਾਂ ਅੱਜ ਵੀ ਉੱਥੇ ਸੰਭਾਲੀਆਂ ਗਈਆਂ ਨੇ ਤੇ ਲੋਕ ਬਹੁਤ ਵੱਡੀ ਗਿਣਤੀ 'ਚ ਉੱਥੇ ਪਹੁੰਚਦੇ ਨੇ ਉਸ ਥਾਂ ਨੂੰ ਸਿਜਦਾ ਕਰਨ ਦੇ ਲਈ ਜੋ ਸ਼ਹੀਦ ਆਜ਼ਮ ਦੇ ਨਾਲ ਜੁੜੀ ਹੋਈ ਹੈ। ਇੱਕ ਵੱਡਾ ਪਾਰਕ ਜਿਹਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਉੱਥੇ ਵੀ ਖਾਸੀਆਂ ਲਾਈਟਾਂ ਲੂਟਾਂ ਲੱਗੀਆਂ ਹੋਈਆਂ ਨੇ। ਤਾਂ ਉਸ ਘਰ ਦੀਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਲੋਕ ਪਹੁੰਚਦੇ ਨੇ। ਉੱਥੇ ਉਹਨਾਂ ਦੇ ਨਾਲ ਜੁੜੀਆਂ ਜਿਹੜੀਆਂ ਪੁਰਾਣੀਆਂ ਚੀਜ਼ਾਂ ਨੇ ਉਹਨਾਂ ਨੂੰ ਸਾਂਭ ਸੰਭਾਲ ਕੇ ਰੱਖਿਆ ਗਿਆ ਹੈ। ਤਾਂ ਉੱਥੇ ਦਾ ਹੀ ਕਨੈਕਸ਼ਨ ਕੱਟ ਦਿੱਤਾ ਗਿਆ ਜੋ ਇਲਜ਼ਾਮ ਲੱਗ ਰਹੇ ਨੇ। ਹਾਲਾਂਕਿ ਇਹ ਜ਼ਰੂਰ ਬਿਜਲੀ ਮੰਤਰੀ ਨੇ ਕਿਹਾ ਕਿ ਨਹੀਂ, ਉੱਥੇ ਦਾ ਕਨੈਕਸ਼ਨ ਨਹੀਂ ਕੱਟਿਆ ਗਿਆ, ਡਿਪਟੀ ਡਾਇਰੈਕਟਰ ਦੇ ਨਾਮ ਵਾਲਾ ਇੱਕ ਕਨੈਕਸ਼ਨ ਸੀ, ਇਸ ਕਰਕੇ ਉਸ ਨੂੰ ਕੱਟ ਦਿੱਤਾ ਗਿਆ ਸੀ ਕਿਉਂਕਿ ਬਿੱਲ ਭਰਨ ਦੇ ਵਿੱਚ ਦੇਰੀ ਹੋਈ ਸੀ ਸਟ੍ਰਾਈਕ ਦੀ ਵਜ੍ਹਾ ਦੇ ਨਾਲ। ਉਹ ਵੀ 10 ਤੋਂ 15 ਮਿੰਟ ਦੇ ਵਿੱਚ ਹੀ ਜਿਹੜਾ ਬਿਜਲੀ ਦਾ ਕਨੈਕਸ਼ਨ ਹੈ ਉਸ ਨੂੰ ਬਹਾਲ ਕਰ ਦਿੱਤਾ ਗਿਆ ਸੀ। ਦੁਬਾਰਾ ਉਸਦੇ ਜਿਹੜੇ ਕਨੈਕਸ਼ਨ ਹੈ ਉਹ ਜੋੜ ਦਿੱਤੇ ਗਏ ਸੀ। ਹੁਣ ਸਵਾਲ ਇਹੀ ਹੈ ਕਿ ਆਖਿਰ ਜਿਹੜੇ ਕਨੈਕਸ਼ਨ ਕੱਟਣ ਪਹੁੰਚ ਗਏ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਲ ਜੁੜਿਆ ਹੋਇਆ ਹੈ। ਤੇ ਆਮ ਆਦਮੀ ਪਾਰਟੀ ਦੀ ਸਰਕਾਰ ਖੁਦ ਮੁੱਖ ਮੰਤਰੀ ਭਗਤ ਸਿੰਘ ਦਾ ਨਾਮ ਲੈਂਦੇ ਨੇ। ਬਸੰਤੀ ਰੰਗ ਦਾ ਬਹੁਤ ਜ਼ਿਕਰ ਹੁੰਦਾ ਹੈ, ਉਹਨਾਂ ਦੇ ਆਦਰਸ਼ਾਂ ਤੇ ਚੱਲਣ ਦਾ ਜ਼ਿਕਰ ਹੁੰਦਾ ਹੈ। ਖੈਰ ਬਿਜਲੀ ਦਾ ਬਿੱਲ ਕਿਉਂ ਨਹੀਂ ਭਰਿਆ ਗਿਆ? ਤੇ ਪੁਆਇੰਟ ਨੰਬਰ 2 ਕਿ ਅਧਿਕਾਰੀਆਂ ਨੂੰ ਨਹੀਂ ਪਤਾ ਸੀ ਜਾਂ ਜਿਹੜੇ ਵੀ ਉੱਥੇ ਲਾਈਨਮੈਨ ਜਾਂ ਫਿਰ ਜੇਈ ਜਿਨ੍ਹਾਂ ਨੇ ਹੁਕਮ ਕਰ ਦਿੱਤਾ ਕਿ ਜਾ ਕੇ ਕੱਢ ਦਿਓ ਕਨੈਕਸ਼ਨ, ਕਿ ਉਹਨਾਂ ਨੇ ਨਹੀਂ ਸੋਚਿਆ ਕਿ ਸੰਬੰਧਿਤ ਜਿਹੜੇ ਵੱਡੇ ਅਧਿਕਾਰੀ ਆ ਉਹਨਾਂ ਨੂੰ ਦੱਸ ਦਿੱਤਾ ਜਾਵੇ ਕਿ ਜਿਹੜੇ ਕਨੈਕਸ਼ਨ ਨੂੰ ਕੱਟਣ ਨੂੰ ਕਹਿ ਰਹੇ ਆ ਜਿਸ ਦਾ ਬਿੱਲ ਨਹੀਂ ਭਰਿਆ ਜੀ ਉਹ ਤਾਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਮ ਦੇ ਨਾਲ ਜੁੜਿਆ ਹੋਇਆ ਹੈ। ਖੈਰ ਅਣਗਹਿਲੀ ਤਾਂ ਲਾਜ਼ਮੀ ਤੌਰ ਤੇ ਹੁੰਦੀ ਹੋਈ ਨਜ਼ਰ ਆਈ ਹੈ, ਪਰ ਹੁਣ ਇਸ ਸਭ ਦੇ ਵਿਚਾਲੇ ਦੇਖਣਾ ਹੋਵੇਗਾ ਕਿ ਵਿਭਾਗ ਕਾਰਵਾਈ ਕੀ ਕਰਦੇ ਆ। ਤੇ ਕਾਰਵਾਈ ਤੋਂ ਵੀ ਵੱਡੀ ਗੱਲ ਇਹ ਹੈ ਕਿ
ਜਿਹੜੀਆਂ ਸ਼ਹੀਦਾਂ ਦੇ ਨਾਲ ਜੁੜੀਆਂ ਹੋਈਆਂ ਅਜਿਹੇ ਸਮਾਰਕ ਨੇ ਜਾਂ ਉਹਨਾਂ ਦੀਆਂ ਥਾਵਾਂ ਨੇ ਤੇ ਉਹਨਾਂ ਦੇ ਨਾਲ ਅੱਗੇ ਤੋਂ ਅਜਿਹਾ ਕੋਈ ਵਤੀਰਾ ਨਾ ਹੋਵੇ, ਉਹ ਚਾਹੇ ਹੁਸੈਨੀ ਵਾਲਾ ਦੀ ਥਾਂ ਹੋਵੇ ਜਾਂ ਸੁਨਾਮ ਦੇ ਵਿੱਚ ਸ਼ਹੀਦ ਉਦਮ ਸਿੰਘ ਦੀਆਂ ਥਾਵਾਂ ਹੋਣ, ਸਮਾਰਕ ਹੋਣ, ਜਾਂ ਅਸੀਂ ਖਟਕੜ ਕਲਾਂ ਦਾ ਜ਼ਿਕਰ ਕਰ ਰਹੇ ਹਾਂ ਜਾਂ ਹੋਰ ਜਿਹੜੀਆਂ ਇਤਿਹਾਸਿਕ ਪੰਜਾਬ ਦੇ ਵਿੱਚ ਥਾਵਾਂ ਨੇ, ਤਾਂ ਉੱਥੇ ਅਜਿਹੀ ਕੋਈ ਸਥਿਤੀ ਨਾ ਬਣੇ ਉਸ ਦੇ ਲਈ ਕੋਈ ਰਣਨੀਤੀ ਤਾਂ ਲਾਜ਼ਮੀ ਤੌਰ ਤੇ ਵਿਭਾਗ ਨੂੰ ਬਣਾਉਣੀ ਹੋਵੇਗੀ। ਇਹ ਨਹੀਂ ਕਿਹਾ ਜਾ ਸਕਦਾ ਕਿ ਇੱਕ ਲਿਸਟ ਆਈ ਸੀ ਜਿਸ ਦੇ ਵਿੱਚ 15 ਨਾਮ ਸੀ ਤੇ ਇੱਕ ਨਾਮ ਉਸਦਾ ਵੀ ਸੀ, ਪਤਾ ਨਹੀਂ ਲੱਗਿਆ, ਤਾਂ ਇਹ ਤਾਂ ਲਾਜ਼ਮੀ ਤੌਰ ਤੇ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਕਿ ਲਿਸਟ ਦੇ ਵਿੱਚ ਧਿਆਨ ਨਾ ਦਿੱਤਾ ਗਿਆ ਹੋਵੇ, ਪਰ ਜਦੋਂ ਕੋਈ ਪਲਾਸ ਲੈ ਕੇ ਪਹੁੰਚ ਗਿਆ ਕਨੈਕਸ਼ਨ ਨੂੰ ਕੱਟਣ ਦੇ ਲਈ, ਤਾਰਾਂ ਤੋੜ ਦਿੱਤੀਆਂ, ਬਿਜਲੀ ਦੇ ਮੀਟਰ ਦੇ ਕਨੈਕਸ਼ਨ ਕੱਟ ਦਿੱਤੇ, ਤਾਂ ਫਿਰ ਸਮਝ ਤਾਂ ਆ ਗਿਆ ਹੋਏਗਾ ਕਿ ਖੜਾ ਕਿੱਥੇ ਹੈ ਬੰਦਾ, ਜਾਂ ਜਿਹੜੇ ਲਾਈਨਮੈਨ ਨੇ ਜਾਂ ਜਿਹੜੇ ਜੇਈ ਨੇ ਉਹ ਖੜੇ ਕਿੱਥੇ ਨੇ, ਉਹਨਾਂ ਨੂੰ ਸਮਝ ਤਾਂ ਆਇਆ ਹੋਏਗਾ। ਬਾਵਜੂਦ ਇਸ ਦੇ ਜੇਕਰ ਉਹਨਾਂ ਦਾ ਪਲਾਸ ਚੱਲਿਆ ਏ ਤੇ ਕਨੈਕਸ਼ਨ ਕੱਟ ਦਿੱਤਾ ਗਿਆ, ਬਿਜਲੀ ਚਲੀ ਗਈ, ਤਾਂ ਫਿਰ ਸਵਾਲ ਤਾਂ ਲਾਜ਼ਮੀ ਤੌਰ ਤੇ ਉੱਠਣਗੇ। ਤੇ ਅੱਜ ਇੱਕ ਥਾਂ ਦਾ ਜ਼ਿਕਰ ਹੋ ਰਿਹਾ, ਪੰਜਾਬ 'ਚ ਕਿਸੇ ਹੋਰ ਥਾਂ ਤੇ ਅਜਿਹਾ ਕੋਈ ਘਟਨਾਕ੍ਰਮ ਨਾ ਵਾਪਰੇ। ਉਮੀਦ ਕਰਦੇ ਹਾਂ ਕੋਈ ਨਾ ਕੋਈ ਰਣਨੀਤੀ ਸਰਕਾਰ ਦੇ ਕੋਲ ਇਸ ਨੂੰ ਲੈ ਕੇ ਜ਼ਰੂਰ ਹੋਏਗੀ। ਹਰਭਜਨ ਸਿੰਘ ਈਟੀਓ ਜੁੜ ਚੁੱਕੇ ਨੇ। ਈਟੀਓ ਸਾਹਿਬ, ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪੈਤਰਿਕ ਪਿੰਡ 'ਚ ਬਿਜਲੀ ਕੱਟਣ ਦੀ ਵਜ੍ਹਾ ਕੀ ਰਹੀ ਹੈ? ਕਹਿੰਦੇ ਕਿ ਬਕਾਇਆ ਸਰਕਾਰ ਨੇ ਨਹੀਂ ਦਿੱਤਾ ਔਰ ਬਿਜਲੀ ਜਿਹੜੀ ਉਹ ਕੱਟਣੀ ਪੈ ਗਈ। ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਸੀਗੀ। ਨਾ ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਘਰ ਦਾ ਕੋਈ ਕਨੈਕਸ਼ਨ ਕੱਟਿਆ ਗਿਆ, ਨਾ ਕੋਈ ਮਿਊਜ਼ੀਅਮ ਦਾ ਕਨੈਕਸ਼ਨ ਕੱਟਿਆ ਗਿਆ। ਇੱਕ ਸਿਰਫ ਡਿਪਟੀ ਡਾਇਰੈਕਟਰ ਦੇ ਨਾਮ ਤੇ ਕਨੈਕਸ਼ਨ ਸੀਗਾ ਉੱਥੇ, ਉਹ ਕੱਟਿਆ ਗਿਆ ਸੀਗਾ। ਉਹ ਵੀ ਥੋੜਾ ਜਿਹਾ ਇਸ਼ੂ ਸੀਗਾ ਉਹਦਾ, ਉਹ 10-15 ਮਿੰਟ ਬਾਅਦ ਅਸੀਂ ਉਹ ਵੀ ਬਹਾਲ ਕਰ ਦਿੱਤਾ। ਲੇਕਿਨ ਕਹਿ ਰਹੇ ਕਹਿੰਦੇ ਕਿ ਉੱਥੇ ਜਿਹੜਾ ਸਰਕਾਰ ਨੇ 19,000 ਰੁਪਏ ਬਕਾਇਆ ਦੇਣਾ ਸੀਗਾ, ਉਹ ਬਕਾਇਆ ਨਹੀਂ ਦਿੱਤਾ, ਇਸ ਕਰਕੇ ਕਿਉਂਕਿ 28 ਨਹੀਂ, ਉਹ ਥੋੜਾ ਜਿਹਾ ਇਹ ਐਸਡੀਐਮ ਬੰਗੇ ਕੋਲੇ ਬਿੱਲ ਉਧਰ ਦੀ ਹੁੰਦਾ ਹੈ, ਉਹ ਕੋਈ ਸਟਰਾਈਕ ਜੀ ਚੱਲ ਰਹੀ ਸੀਗੀ ਇੱਥੇ ਮੁਲਾਜ਼ਮਾਂ ਦੀ, ਇਸ ਕਰਕੇ ਉਹ ਪੇ ਨਹੀਂ ਹੋਇਆ ਪਾਇਆ। ਹਾਰਟੀਕਲਚਰ ਨੇ ਬਕਾਇਦਾ ਉਹ ਪੈਸੇ ਭੇਜੇ ਹੋਏ ਆ, ਕੋਈ ਇਸ਼ੂ ਨਹੀਂ ਇਹੋ ਜਿਹਾ ਹੈਗਾ। ਉਹ ਥੋੜਾ ਜਿਹਾ ਸਟਰਾਈਕ ਕਰਕੇ ਪ੍ਰੋਬਲਮ ਸੀਗੀ। ਕਹਿੰਦੇ ਕਿ ਉਹ ਅਸੀਂ ਬਹਾਲ ਕੇਅਰ ਟੇਕਰ ਵੀ ਨੇ, ਉਹਨਾਂ ਦੀ ਵੀ ਤਨਖਾਹ ਹਜੇ ਤੱਕ ਨਹੀਂ ਪਹੁੰਚੀ ਹੈ। ਕੇਅਰ ਟੇਕਰ ਦੀ ਤਨਖਾਹ ਨਹੀਂ, ਮੈਂ ਐਗਜ਼ਾਮਨ ਕਰਾ ਲੈਣਾ ਜੀ, ਅੱਜ ਹੀ ਰਿਲੀਜ਼ ਹੋ ਜਾਏਗੀ। ਅਬਲ ਤੇ ਅਸੀਂ ਕੋਈ ਕਦੀ ਇਸ ਤਰ੍ਹਾਂ ਦਾ ਕੀਤਾ ਹੀ ਨਹੀਂ ਆ। ਮੈਂ ਸਗੋਂ ਦੇਖਦਾ ਕਿ ਕਿਉਂ ਨਹੀਂ ਤਨਖਾਹ ਰਿਲੀਜ਼ ਹੋਈ। ਅਦਰਵਾਈਜ਼ ਸਾਡੇ ਕੋਲ ਕੋਈ ਇਹੋ ਜਿਹਾ ਨਹੀਂ ਹੈਗਾ। ਅਸੀਂ ਤੇ ਮਤਲਬ ਪੂਰੀ ਤਰ੍ਹਾਂ ਉਹਨਾਂ ਦੇ ਪਾਰਟੀਸ਼ਨਾਂ ਤੇ ਚੱਲਣ ਵਾਲੇ ਬੰਦੇ ਆ। ਅਸੀਂ ਤੇ ਹਮੇਸ਼ਾ ਹੀ ਸਮਰਪਿਤ ਆ ਉਹਨਾਂ ਦੇ ਜੋ ਸ਼ਹਾਦਤ ਉਹਨਾਂ ਨੇ ਸਾਡੇ ਦੇਸ਼ ਪ੍ਰਤੀ ਦਿੱਤੀ ਹੈ। ਤੋ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ। ਡਿਪਟੀ ਡਾਇਰੈਕਟਰ ਦੇ ਨਾਮ ਤੇ ਇੱਕ ਜ਼ਰੂਰ ਕਨੈਕਸ਼ਨ ਥੋੜਾ ਜਿਹਾ ਚਿਰ ਕੱਟਿਆ ਗਿਆ ਸੀਗਾ, ਉਹਨੂੰ ਵੀ ਫੌਰਨ ਬਹਾਲ ਕਰ ਦਿੱਤਾ ਗਿਆ। ਇਹ ਕਿਸੇ ਅਧਿਕਾਰੀ ਦੀ ਗਲਤੀ ਦੀ ਵਜ੍ਹਾ ਕਰਕੇ ਹੋਈ ਹੈ? ਉਸ ਅਧਿਕਾਰੀ ਤੇ ਐਕਸ਼ਨ ਹੋਏਗਾ ਜਾਂ ਉਹ ਦੇਖਦੇ ਆ ਜੀ, ਉਹ ਐਗਜ਼ਾਮਨ ਕਰਾਵਾਂਗੇ। ਜੇ ਕੋਈ ਇਹਦੇ ਵਿੱਚ ਪਾਇਆ ਗਿਆ, ਦੇਖੋ ਜੇ ਤੇ ਕੋਈ ਆਪਦੀ ਡਿਊਟੀ ਕਰਦਾ, ਪ੍ਰੋਪਰ ਵੇ ਨਾਲ ਡਿਊਟੀ ਕਰਦਾ, ਤੇ ਫਿਰ ਤਾਂ ਆਪਾਂ ਕੋਈ ਇਸ਼ੂ ਨਹੀਂ ਆ। ਹਰ ਬੰਦੇ ਨੇ, ਜਿਹੜਾ ਵੀ ਅਧਿਕਾਰੀ ਆ ਜਾਂ ਕਰਮਚਾਰੀ ਆ, ਉਹਨਾਂ ਨੇ ਵੀ ਨਿਯਮਾਂ ਦੇ ਅਨੁਸਾਰ ਆਪਣੇ ਫਰਜ਼ ਨਿਭਾਉਣੇ ਹੁੰਦੇ ਨੇ। ਹਾਂ, ਜੇ ਕੋਈ ਗਲਤ ਪਾਇਆ ਗਿਆ, ਜਿੰਨੇ ਵੀ ਇਹ ਜਿਹਦੀ ਕੁਤਾਹੀ ਹੋਈ, ਉਹਦੇ ਤੇ ਜ਼ਰੂਰ ਐਕਸ਼ਨ ਲਵਾਂਗੇ। ਤਾਂ ਸੂਬੇ ਦੇ ਬਿਜਲੀ ਮੰਤਰੀ ਕਹਿ ਰਹੇ ਨੇ ਕਿ ਜਿਨ੍ਹਾਂ ਦੀ ਵਜ੍ਹਾ ਦੇ ਨਾਲ ਇਹ ਕਨੈਕਸ਼ਨ ਕੱਟਿਆ ਗਿਆ, ਦੇਖਾਂਗੇ ਕਿ ਉਹਨਾਂ ਨੇ ਜਾਣਬੁੱਝ ਕੇ ਕੱਟ ਦਿੱਤਾ ਜਾਂ ਆਪਣੀ ਡਿਊਟੀ ਕਰ ਰਹੇ ਸੀ, ਕਿ ਉਹਨਾਂ ਦੇ ਉੱਪਰ ਐਕਸ਼ਨ ਹੋਏਗਾ। ਇੱਕ ਵੱਡਾ ਸਵਾਲ ਇਸ ਦੇ ਵਿੱਚ ਜ਼ਰੂਰ ਹੈ। ਇਸ ਸਭ ਦੇ ਵਿਚਾਲੇ ਖਟਕੜ ਕਲਾਂ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਕਿਹਾ ਕਿ ਬਿਜਲੀ ਵਿਭਾਗ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਘਰ ਦਾ ਬਿਜਲੀ ਕਨੈਕਸ਼ਨ ਕੱਟਿਆ ਗਿਆ ਤੇ ਕਈ ਮਹੀਨਿਆਂ ਤੋਂ ਕੇਅਰ ਟੇਕਰਸ ਦੀ ਵੀ ਸੈਲਰੀ ਜਾਰੀ ਨਹੀਂ ਕੀਤੀ ਗਈ ਹੈ। ਆਪਣੇ ਮਾਲੀ ਇੱਥੇ ਲਾਉਂਦੇ ਸੀ ਤਾਰਾਂ, ਪਾਰਕ ਸਫਾਈ ਕਰਦੇ ਸੀ ਮਸ਼ੀਨ ਦੇ ਨਾਲ, ਤੇ ਉਹ ਇੱਥੇ ਆ ਕੇ ਤਾਰਾਂ ਕੱਢ ਗਏ। ਤੇ ਮੈਂ ਸਰਪੰਚ ਹੋਣ ਦੇ, ਸਾਬਕਾ ਸਰਪੰਚ ਹੋਣ ਦੇ ਨਾਤੇ ਮੈਂ ਐਸਡੀਐਮ ਦਫ਼ਤਰ ਪਤਾ ਕੀਤਾ। ਉਹ ਪਹਿਲਾਂ ਬਿਜਲੀ ਵਾਲਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ 19,000 ਰੁਪਈਆ ਬਿੱਲ ਰਹਿੰਦਾ, ਜੋ ਕਿ ਐਸਡੀਐਮ ਦਫ਼ਤਰ ਪਤਾ ਕੀਤਾ, ਉਹਨਾਂ ਨੇ ਵੀ ਕਿਹਾ ਵੀ 19,000 ਰੁਪਈਆ ਬਿੱਲ ਆ, ਅਤੇ ਸਰਕਾਰ ਇਹ ਰਾਹ ਕਰਦੀ ਆ। ਅਤੇ ਮੋਹਰੇ ਮੈਨੂੰ ਉਹ ਬਿਜਲੀ ਬੋਰਡ ਦੇ ਐਸਡੀਐਮ ਸਾਹਿਬ ਕਹਿੰਦੇ ਜੀ ਅੱਜ ਤਾਂ ਐਸਡੀਐਮ ਦਫ਼ਤਰ ਦਾ ਵੀ ਬਿੱਲ ਕੱਢਦਾ। ਇੱਕੋ ਸਰਕਾਰਾਂ ਜੇ ਹੁਣ ਇੱਥੇ ਆ ਕੇ ਕਸਮਾਂ ਖਾਂਦੀਆਂ ਕੀ ਇੱਕ ਬਿੱਲ ਨਹੀਂ ਪੇ ਕਰ ਸਕਦੀਆਂ, ਬਿੱਲ ਨਹੀਂ ਪੇ ਕੀਤਾ, ਜਿਹਦੇ ਕਾਰਨ ਨਾ ਕਰਕੇ ਹੁਣ 24 ਤਰੀਕ ਦੀ ਦੀਵਾਲੀ ਆ, ਕਿ ਬੜਾ ਵਧੀਆ। ਅਤੇ ਅੱਜ ਉਹਨਾਂ ਨੇ ਕੱਲ੍ਹ ਆ ਕੇ ਤਾਰਾਂ ਕੱਟ ਦਿੱਤੀਆਂ। ਸਾਡੇ ਇੱਥੇ ਮਾਲੀ ਲੱਗੇ ਹੋਆ ਦੋ, ਉਹਨਾਂ ਨੂੰ ਜੋ ਕਿ 8 ਮਹੀਨੇ ਹੋ ਗਏ ਯਾਰ, ਕਿ 9ਵਾਂ ਚੱਲ ਰਿਹਾ, ਕਿ ਉਹਨਾਂ ਨੂੰ ਹਜੇ ਤੱਕ ਤਨਖਾਹ ਨਹੀਂ ਮਿਲੀ। ਅੱਛਾ ਜੀ। ਸਾਡੀ ਤਨਖਾਹ 8 ਮਹੀਨੇ ਤੋਂ ਰੁਕੀ ਹੋਈ ਸੀ, ਅਤੇ ਬਿਜਲੀ ਦਾ ਬਿੱਲ ਵੀ ਨਾ ਦੇਣ ਕਰਕੇ ਕਨੈਕਸ਼ਨ ਕੱਟਿਆ ਗਿਆ ਸੀ। ਉਹ ਕੱਲ੍ਹ ਆ ਗਏ ਨੇ, ਬਹੁਤ ਧੰਨਵਾਦ। ਅਤੇ ਸਾਡੀ ਤਨਖਾਹ ਦਾ ਵੀ ਪਤਾ ਲੱਗਾ ਕਿ ਤੁਹਾਡੀ ਤਨਖਾਹ ਵੀ ਅੱਜ 1 ਜਾਂ 2 ਦਿਨ ਦੇ ਵਿੱਚ ਪਾ ਦਿਆਂਗੇ। ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜੀ, ਕਿ ਸਾਡਾ ਵੀ ਦੀਵਾਲੀ ਵਧੀਆ ਨਿਕਲ ਜਾਊ। ਕੱਟਿਆ ਪਰਸੋਂ ਸੀ ਅਤੇ ਜੋੜ ਕੇ ਕੱਲ੍ਹ ਗਿਆ। ਮੈਂ ਇੱਥੇ ਮੌਜੂਦ ਸੀਗਾ ਉਸ ਟਾਈਮ ਵੀ। ਹਾਂਜੀ, ਅਤੇ 5:30 ਪੌਣੇ 6 ਵਜੇ ਦੇ ਕਰੀਬ ਕਨੈਕਸ਼ਨ ਲੱਗ ਗਿਆ। ਕਨੈਕਸ਼ਨ ਵੀ ਕੱਟ ਗਿਆ ਸੀ ਪਰਸੋਂ ਜੀ,
ਉਸ ਤੋਂ ਬਾਅਦ ਕੱਲ ਜੋੜ ਕੇ ਵੀ ਗਏ ਕੱਲ ਜੀ। ਕਿੰਨੇ ਵਜੇ ਜੁੜ ਕੇ ਗਏ? ਕੱਲ 5:30 ਵਜੇ ਜੋੜ ਕੇ ਗਏ ਜੀ। ਤੁਸੀਂ ਮੌਜੂਦ ਸੀ ਇੱਥੇ? ਮੈਂ ਤਾਂ ਨਹੀਂ ਸੀ, ਮੇਰੇ ਨਾਲ ਮੈਂ ਚੱਲ ਗਿਆ, ਥੋੜਾ ਕੰਮ ਸੀ, ਮੈਂ 5:15 ਨਿਕਲ ਗਿਆ ਸੀ, ਅੰਕਲ ਇੱਥੇ ਸੀ। ਉਸ ਤੋਂ ਬਾਅਦ ਪਤਾ ਲੱਗਿਆ ਕਿ ਹਾਂ ਸਾਡੀ ਤਨਖਾਹ ਹੁਣ ਮਿਲ ਜਾਣੀ ਜੀ। ਤੇ ਇਸ ਕਰਕੇ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ, ਜਿਨ੍ਹਾਂ ਵੱਲੋਂ ਸਰਕਾਰ ਦਾ, ਇੱਥੇ ਤੁਹਾਡੇ ਚੈਨਲ ਦਾ ਧੰਨਵਾਦ ਕਰਦੇ ਹਾਂ ਜੀ। ਮਤਲਬ ਆਵਾਜ਼ ਤੁਸੀਂ ਉਠਾਈ, ਤੁਹਾਡੇ ਰਾਹੀਂ ਸਾਨੂੰ ਪੈਸੇ ਮਿਲ ਜਾਣੇ ਜੀ। ਤੇ ਜ਼ਿਕਰ ਕੀਤਾ ਜਾ ਰਿਹਾ ਕਿ ਬਿਜਲੀ ਦਾ ਕਨੈਕਸ਼ਨ ਕੱਟ ਦਿੱਤਾ ਗਿਆ ਸੀ, ਪਰ ਬਾਅਦ ਦੇ ਵਿੱਚ ਜੋੜ ਦਿੱਤਾ ਗਿਆ, ਜੋ ਬਿਜਲੀ ਮੰਤਰੀ ਵੀ ਕਹਿੰਦੇ ਹੋਏ ਨਜ਼ਰ ਆਏ। ਸ਼ਹੀਦ ਆਜ਼ਮ ਭਗਤ ਸਿੰਘ ਦੇ ਜੱਦੀ ਘਰ ਦੇ ਸਾਹਮਣੇ ਪਾਰਕ ਦੇ ਵਿੱਚ ਕੰਮ ਕਰਨ ਵਾਲੇ ਮਾਲੀਆਂ ਅਤੇ ਕੇਅਰ ਟੇਕਰਾਂ ਦਾ ਕਹਿਣਾ ਹੈ ਕਿ 8 ਮਹੀਨੇ ਤੋਂ ਉਹਨਾਂ ਨੂੰ ਤਨਖਾਹ ਹੀ ਨਹੀਂ ਮਿਲੀ। ਹਾਲਾਂਕਿ ਉਹ ਜ਼ਰੂਰ ਕਹਿੰਦੇ ਨਜ਼ਰ ਆਏ ਕਿ ਉਮੀਦ ਹੈ ਕਿ ਹੁਣ ਉਹਨਾਂ ਨੂੰ ਤਨਖਾਹ ਜ਼ਰੂਰ ਮਿਲ ਜਾਏਗੀ। ਸਿੰਘ ਦੀਆਂ ਸੌਂਹਾਂ ਖਾਣ ਵਾਲੇ ਜਿਹੜਾ ਪਾਰਕ ਦਾ ਬਿੱਲ ਹੈ ਸਾਹਮਣੇ, ਬਿਜਲੀ ਦਾ ਬਿੱਲ, ਉਹ ਕਨੈਕਸ਼ਨ ਕੱਟਿਆ ਹੋਇਆ ਹੈ। 8 ਮਹੀਨਿਆਂ ਤੋਂ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ। ਮੈਂ ਤੇ ਬਾਜਵਾ ਸਾਹਿਬ ਨੇ ਔਰ ਸਮੁੱਚੀ ਕਾਂਗਰਸ ਪਾਰਟੀ ਨੇ ਮਨ ਬਣਾਇਆ ਕਿ ਕਾਂਗਰਸ ਪਾਰਟੀ ਇਹ ਜਿਹੜਾ ਇਹਨਾਂ ਦਾ ਬਿੱਲ ਹੈ, ਮੇਰਾ ਖਿਆਲ ਤਕਰੀਬਨ 2 ਲੱਖ ਰੁਪਏ ਦਾ ਹੈਗਾ, 20,000 ਕੁਛ ਹੈ, 1,60,000 ਕੁਛ ਹੈ, ਉਹ ਹਾਂਜੀ 20,000 ਦਾ ਦੱਸਿਆ, ਜਿਹੜਾ ਸਰਪੰਚ ਨੇ ਦੱਸਿਆ 1,60,000 ਰੁਪਇਆ ਤਨਖਾਹਾਂ ਹੈ। ਅਸੀਂ ਤਕਰੀਬਨ ਜਿਹੜਾ 2 ਲੱਖ ਰੁਪਇਆ ਬਣੇਗਾ ਉਹ ਅਸੀਂ 100 ਵਾਰ ਨੂੰ ਕਾਂਗਰਸ ਕਮੇਟੀ ਦੇ। ਔਰ ਇਹ ਉਹੀ ਸਥਾਨ ਹੈ ਜਿੱਥੇ ਭਗਤ ਸਿੰਘ ਦਾ ਨਾਮ ਲੈ ਕੇ ਭਗਵੰਤ ਮਾਨ ਸਰਕਾਰ ਨੇ ਸਹੁੰ ਚੱਕੀ ਸੀ। ਉਹ ਸ਼ਰਮ ਆਣੀ ਚਾਹੀਦੀ ਹੈ ਭਗਵੰਤ ਮਾਨ ਨੂੰ। ਤੁਸੀਂ 10 ਸੀਟਰ 에ਅਰਕ੍ਰਾਫਟ ਲੈਣ ਵਾਸਤੇ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਕਿ ਉਹਦੇ 'ਚ ਤੁਸੀਂ ਬਿਠਾ ਕੇ ਕੇਜਰੀਵਾਲ ਨੂੰ ਸਾਰੇ ਹਿੰਦੁਸਤਾਨ ਦੀ ਸੈਰ ਕਰਾ ਸਕੋ, ਲੇਕਿਨ ਸ਼ਹੀਦ ਆਜ਼ਮ ਭਗਤ ਸਿੰਘ ਦੇ ਸਥਾਨ ਦਾ ਬਿਜਲੀ ਦਾ ਬਿੱਲ ਪੇ ਕਰਨ ਵਾਸਤੇ ਤੁਹਾਡੇ ਕੋਲ ਪੈਸੇ ਹੈ ਨਹੀਂ। ਇਹ ਕੈਸੀ ਸਰਕਾਰ ਹੈ? ਇਹ ਕੀ ਦਿਖਾਣਾ ਚਾਹੁੰਦੀ ਹੈ? ਇਹਦਾ ਦੋਹਰਾ ਚਿੱਤਰ ਜਨਤਾ ਦੇ ਸਾਹਮਣੇ ਆ ਗਿਆ। ਅੱਜ ਸਾਰੇ ਪੰਜਾਬੀ ਆਪਣੇ ਆਪ ਨੂੰ ਸ਼ਰਮਸਾਰ ਮਹਿਸੂਸ ਕਰ ਰਹੇ ਨੇ ਇਸ ਨਕੰਮੀ ਸਰਕਾਰ ਦੀ ਕਾਰਵਾਈ। ਤਾਂ ਬਿਜਲੀ ਦੇ ਕਨੈਕਸ਼ਨ ਨੂੰ ਲੈ ਕੇ ਵਿਰੋਧੀਆਂ ਨੇ ਵੀ ਮੋਰਚਾ ਸਰਕਾਰ ਦੇ ਖਿਲਾਫ ਖੋਲ ਦਿੱਤਾ। ਹਾਲਾਂਕਿ ਬਿਜਲੀ ਮੰਤਰੀ ਸਾਫ਼ ਕਰ ਗਏ ਕਿ 10-15 ਮਿੰਟ ਡਿਪਟੀ ਡਾਇਰੈਕਟਰ ਦੇ ਨਾਮ ਵਾਲਾ ਕਨੈਕਸ਼ਨ ਕੱਟਿਆ ਗਿਆ ਸੀ, ਨਾਲ ਦੀ ਨਾਲ ਉਸ ਨੂੰ ਵੀ ਬਹਾਲ ਕਰ ਦਿੱਤਾ ਗਿਆ। ਹੁਣ ਅਗਲੀ ਖਬਰ ਦਾ ਰੁਖ ਕਰਦੇ ਹਾਂ। ਅਕਾਲ ਤਖਤ ਦੇ ਜਥੇਦਾਰ ਦੀ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ। ਜੀ ਉਹਨਾਂ ਨੇ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ। ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਹੇਮਕੁੰਟ ਸਾਹਿਬ ਰੋਪਵੇ ਦਾ ਨੀਂਹ ਪੱਥਰ ਰੱਖਣ ਦੇ ਉੱਤੇ ਧੰਨਵਾਦ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਨੂੰ ਇਹ ਰੋਪਵੇ ਜੋੜੇਗਾ। ਕਰੀਬ 12.4 ਕਿਲੋਮੀਟਰ ਲੰਬਾ ਰੋਪਵੇ ਹੈ ਇਹ। ਔਰ ਇੱਕ ਦਿਨ ਪਹਿਲਾਂ ਹੀ ਕੱਲ ਪ੍ਰਧਾਨ ਮੰਤਰੀ ਨੇ ਕੇਦਾਰਨਾਥ ਦੇ ਵਿੱਚ 2 ਰੋਪਵੇ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਸੀ। ਤੇ ਹੁਣ ਜਥੇਦਾਰ ਸਾਹਿਬ ਨੇ ਧੰਨਵਾਦ ਕਰਦੇ ਹੋਏ ਚਿੱਠੀ ਦੇ ਵਿੱਚ ਲਿਖਿਆ ਕਿ ਇਹ ਸਿੱਖ ਸ਼ਰਧਾਲੂਆਂ ਦੇ ਲਈ ਇਤਿਹਾਸਿਕ ਕਦਮ ਹੈ। ਸਿੱਖਾਂ ਦੇ ਹੋਰ ਭਖਦੇ ਮਸਲਿਆਂ ਨੂੰ ਹੱਲ ਕਰਨ ਦੀ ਵੀ ਜਲਦ ਉਮੀਦ ਉਹਨਾਂ ਦੇ ਵੱਲੋਂ ਜਤਾਈ ਗਈ। ਤੇ ਉਹਨਾਂ ਨੇ ਕਿਹਾ ਹੈ, ਆਪਣੀ ਚਿੱਠੀ ਦੇ ਵਿੱਚ ਜ਼ਿਕਰ ਕੀਤਾ ਕਿ ਸਿੱਖਾਂ ਦੇ ਮਸਲਿਆਂ ਦੇ ਪ੍ਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਾਣੂ ਵੀ ਅਸੀਂ ਕਰਵਾ ਚੁੱਕੇ ਹਾਂ। ਜੋ ਅਸੀਂ ਜ਼ਿਕਰ ਕਰ ਰਹੇ ਹਾਂ ਕਿ ਇੱਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ, ਉਸ ਦੇ ਉੱਤੇ ਜਥੇਦਾਰ ਸਾਹਿਬ ਨੇ ਇਹ ਧੰਨਵਾਦ ਵਾਲੀ ਇੱਕ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ। ਰੋਪਵੇ 12.4 ਕਿਲੋਮੀਟਰ ਹੈ, ਗੋਬਿੰਦ ਘਾਟ ਦੇ ਨਾਲ ਹੇਮਕੁੰਟ ਸਾਹਿਬ ਨੂੰ ਜੋੜੇਗਾ। ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ 45 ਮਿੰਟ ਦੇ ਵਿੱਚ ਰੋਪਵੇ ਦੇ ਜ਼ਰੀਏ ਇਹ ਯਾਤਰਾ ਪੂਰੀ ਹੋ ਜਾਇਆ ਕਰੇਗੀ ਜਦੋਂ ਬਣ ਕੇ ਤਿਆਰ ਹੋ ਜਾਏਗਾ। ਪੁਆਇੰਟ ਨੰਬਰ 2, ਮੌਜੂਦਾ ਸਮੇਂ 'ਚ 12 ਤੋਂ 14 ਘੰਟੇ ਲੱਗਦੇ ਨੇ ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਤੱਕ ਦੀ ਯਾਤਰਾ ਦੇ ਲਈ। ਰੋਪਵੇ ਬਹੁਤ ਆਸਾਨ ਕਰ ਦੇਗਾ। ਜਿਹੜੇ ਬਜ਼ੁਰਗ ਨੇ ਖਾਸ ਤੌਰ ਤੇ ਉਹ ਵੀ ਹੇਮਕੁੰਟ ਸਾਹਿਬ ਦੇ ਗੁਰੂ ਘਰ ਦੇ ਦਰਸ਼ਨ ਕਰ ਸਕਣਗੇ ਇਸ ਰੋਪਵੇ ਦੀ ਵਜ੍ਹਾ ਦੇ ਨਾਲ।